ਸਾਰੇ ਪਟਿਆਲਾ ਨਿਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਹਰ ਬੁੱਧਵਾਰ ਨੂੰ ਅਸੀਂ ਤੁਹਾਡੇ ਰੂਬਰੂ ਹੋ ਕੇ ਤੁਹਾਨੂੰ ਜ਼ਿਲ੍ਹੇ ਵਿੱਚ ਹੋ ਰਹੀਆਂ ਗਤੀਵਿਧੀਆਂ ਦਾ ਲੇਖਾ ਜੋਖਾ ਦਿੰਦੇ ਹਾਂ ਅਤੇ ਖਾਸ ਕਰਕੇ ਜਿਹੜੀ ਕੋਵਿਡ ਦੀ ਸਿਚੁਏਸ਼ਨ ਹੈ ਉਹਦੇ ਬਾਰੇ ਅਵਗਤ ਕਰਾਉਂਦੇ ਹਾਂ। ਉਸੇ ਦੀ ਲਗਾਤਾਰਤਾ ਦੇ ਵਿੱਚ ਮੈਂ ਅੱਜ ਤੁਹਾਡੇ ਸਾਹਮਣੇ ਹਾਜ਼ਰ ਹੋ ਕੇ ਤੁਹਾਨੂੰ ਕਰੋਨਾ ਬਾਰੇ ਸਭ ਤੋਂ ਪਹਿਲਾਂ ਤੇ ਜੀ ਬੇਸਿਕ ਇਨਫੋਰਮੇਸ਼ਨ ਦੇ ਦਿਆਂ। ਹੁਣ ਤੱਕ ਪਟਿਆਲੇ ਜ਼ਿਲ੍ਹੇ ਦੇ ਵਿੱਚ ਜਿਹੜੇ ਸੈਂਪਲ ਭਰੇ ਗਏ ਹਨ ਉਹਨਾਂ ਦੀ ਗਿਣਤੀ ਹੈ 7,20,417 ਤੇ ਉਹਦੇ ਵਿੱਚੋਂ 48,082 ਦੇ ਲਗਭਗ ਜਿਹੜੇ ਸੈਂਪਲਸ ਨੇ ਉਹ ਪੋਜ਼ੀਟਿਵ ਆਏ ਨੇ ਜੀ। ਅੱਜ ਦੀ ਤਰੀਕ ਦੇ ਵਿੱਚ ਜਿਹੜੇ ਐਕਟਿਵ ਕੇਸਿਸ ਨੇ ਉਹ ਹਨ 646 ਤੇ ਇਹਨਾਂ ਵਿੱਚੋਂ ਹੋਮ ਆਈਸੋਲੇਸ਼ਨ ਦੇ ਵਿੱਚ ਜਿਹੜੇ ਨੇ 510 ਕੇਸਿਸ ਨੇ। ਇੱਕ ਥੋੜ੍ਹੀ ਜਿਹੀ ਤਸੱਲੀ ਵਾਲੀ ਜਿਹੜੀ ਖਬਰ ਸਾਡੇ ਸਾਰਿਆਂ ਵਾਸਤੇ ਹੈ ਕਿ ਅੱਗੇ ਨਾਲੋਂ ਪੋਜ਼ੀਟਿਵ ਕੇਸਿਸ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਜ਼ਿਆਦਾ ਘੱਟ ਹੋਈ ਹੈ ਤੇ ਮੌਤਾਂ ਦੀ ਗਿਣਤੀ ਵੀ ਬਹੁਤ ਘਟੀ ਹੈ। ਕੱਲ੍ਹ ਤਰੀਕ ਤੱਕ 2 ਮੌਤਾਂ ਹੋਈਆਂ ਨੇ ਜੀ। ਤੇ ਪਰ ਫਿਰ ਵੀ ਇਹ ਸਾਰਾ ਕੁਝ ਇਸੇ ਕਰਕੇ ਪੋਸੀਬਲ ਹੈ ਕਿ ਸਾਡੇ ਵੱਲੋਂ ਜਿਹੜੀਆਂ ਲਗਾਤਾਰ ਸਰਕਾਰ ਵੱਲੋਂ ਸਮੇਂ ਸਿਰ ਗਾਈਡਲਾਈਨਸ ਆਉਂਦੀਆਂ ਨੇ ਤੇ ਅਸੀਂ ਜਿਹੜੇ ਕੋਵਿਡ ਦੇ ਪ੍ਰੋਟੋਕੋਲਸ ਨੇ ਉਹਨਾਂ ਨੂੰ ਸਟ੍ਰਿਕਟਲੀ ਫੋਲੋ ਕਰਦੇ ਹਾਂ। ਇੱਕ ਵਾਰੀ ਫਿਰ ਜਿਵੇਂ ਮੈਂ ਹਰ ਵਾਰ ਤੁਹਾਨੂੰ ਅਪੀਲ ਕਰਦੀ ਹਾਂ ਕਿ ਜਿਹੜੇ ਕੋਵਿਡ ਦੇ ਪ੍ਰੋਟੋਕੋਲਸ ਨੇ ਉਹਨਾਂ ਨੂੰ ਫੋਲੋ ਜ਼ਰੂਰ ਕਰੋ। ਮਾਸਕ ਪਹਿਨ ਕੇ ਰੱਖੋ, ਜਦੋਂ ਵੀ ਤੁਸੀਂ ਕਿਤੇ ਬਾਹਰ ਜਾਓ ਤੇ ਮਾਸਕ ਪਹਿਨਣਾ ਜ਼ਰੂਰੀ ਬਣਾਓ, ਪ੍ਰੈਫਰੇਬਲੀ ਡਬਲ ਮਾਸਕ ਪਾਇਆ ਜਾਵੇ। ਦੂਸਰੀ ਚੀਜ਼ ਜਿਹੜੀ ਹੈਗੀ ਹੈ ਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੋ। ਆਪਣੇ ਜਿਹੜੇ ਹੈਂਡਸ ਨੇ ਉਹਨਾਂ ਨੂੰ ਰੈਗੂਲਰਲੀ ਸੈਨੀਟਾਈਜ਼ ਕਰੋ ਤੇ ਜਿੱਥੇ ਤੱਕ ਹੋ ਸਕੇ ਸਿਰਫ ਜ਼ਰੂਰਤ ਪੈਣ 'ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ। ਬੇਵਜ੍ਹਾ ਜਿਹੜਾ ਹੈਗਾ ਉਹ ਘਰੋਂ ਬਾਹਰ ਨਿਕਲ ਕੇ ਇਕੱਠ ਨਾ ਕੀਤਾ ਜਾਵੇ ਤਾਂ ਕਿ ਅਸੀਂ ਇਸ ਬਿਮਾਰੀ ਤੋਂ ਨਿਜਾਤ ਛੇਤੀ ਤੋਂ ਛੇਤੀ ਪਾ ਸਕੀਏ। ਇਸ ਤੋਂ ਇਲਾਵਾ ਹੁਣ ਜਿਹੜੇ ਘਟਦੇ ਕੇਸਿਸ ਨੂੰ ਦੇਖਦੇ ਹੋਏ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਦੇ ਵਿੱਚ ਕਾਫੀ ਰਿਲੈਕਸੇਸ਼ਨ ਹੋਈ ਹੈ। ਉਹ ਮੈਂ ਤੁਹਾਨੂੰ ਇੱਕ ਕਰਕੇ ਸਾਰੀਆਂ ਡਿਟੇਲ ਦੇ ਵਿੱਚ ਦੱਸ ਦਿੰਦੀ ਹਾਂ ਜੀ। ਸਭ ਤੋਂ ਪਹਿਲੀ ਗੱਲ ਤੇ ਜਿਹੜਾ ਹੈਗਾ ਹੁਣ ਨਾਈਟ ਕਰਫਿਊ ਜਿਹੜਾ ਹੈਗਾ, ਰਾਤ ਦਾ ਕਰਫਿਊ ਰਾਤ ਦੇ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਹੈ ਜੀ। ਸੰਡੇ ਨੂੰ ਜਿਹੜਾ ਹੈਗਾ ਉਹ ਕਰਫਿਊ ਲੱਗਿਆ ਰਹੇਗਾ। ਸ਼ਨੀਵਾਰ ਰਾਤ ਦੇ 8 ਵਜੇ ਤੋਂ ਸੋਮਵਾਰ 5 ਵਜੇ ਸਵੇਰ ਤੱਕ ਜਿਹੜਾ ਹੈਗਾ ਕਰਫਿਊ ਚੱਲੇਗਾ। ਉਸ ਤੋਂ ਇਲਾਵਾ ਜਿਹੜੀ ਹੈਗੀ ਹੈ ਰਿਲੈਕਸੇਸ਼ਨ ਹੈ। ਦੁਕਾਨਾਂ ਹਰ ਤਰ੍ਹਾਂ ਦੀਆਂ ਪਹਿਲਾਂ ਹੀ ਖੋਲ੍ਹੀਆਂ ਜਾ ਚੁੱਕੀਆਂ ਹਨ ਤੇ ਇਹਨਾਂ ਦੇ ਟਾਈਮਿੰਗਸ ਵੀ ਹੁਣ ਜਿਵੇਂ ਕਿ ਦੱਸਿਆ ਹੈ ਕਿ ਜਿਹੜਾ ਕਰਫਿਊ ਸਿਰਫ ਰਾਤ ਦੇ 8 ਤੋਂ ਸਵੇਰ ਦੇ 5 ਵਜੇ ਤੱਕ ਹੈ ਤੇ ਉਸ ਅਕੋਰਡਿੰਗਲੀ ਹੀ ਦੁਕਾਨਾਂ ਖੁੱਲ੍ਹਣਗੀਆਂ। ਇਸ ਤੋਂ ਇਲਾਵਾ ਜਿਹੜੀਆਂ ਨਵੀਆਂ ਗਾਈਡਲਾਈਨਸ ਆਈਆਂ ਨੇ ਉਹਦੇ ਹਿਸਾਬ ਨਾਲ ਜਿਹੜੇ ਰੈਸਟੋਰੈਂਟਸ ਨੇ, ਕੈਫੇਜ਼ ਨੇ, ਕੌਫੀ ਸ਼ਾਪਸ ਨੇ, ਜਿਮਸ ਨੇ, ਇਹ ਜਿਹੜੇ ਨੇ ਜੀ ਇਹ 50% ਕੈਪੈਸਿਟੀ ਦੇ ਨਾਲ ਹੁਣ ਖੁੱਲ੍ਹਣਗੇ। ਪਰ ਇੱਕ ਵਾਰੀ ਫਿਰ ਮੇਰੀ ਅਪੀਲ ਹੈ ਕਿ ਤੁਸੀਂ ਇਹਨਾਂ ਦੇ ਵਿੱਚ ਵੀ ਜਾਂਦੇ ਹੋਏ ਕੋਵਿਡ ਦੇ ਪ੍ਰੋਟੋਕੋਲਸ ਨੂੰ ਜ਼ਰੂਰ ਫੋਲੋ ਕਰੋ। ਸਪੈਸ਼ਲੀ ਰੈਸਟੋਰੈਂਟਸ, ਕੈਫੇ ਵਗੈਰਾ ਵਾਸਤੇ ਇਹਦੇ ਵਿੱਚ ਇੱਕ ਕੰਡੀਸ਼ਨ ਜ਼ਰੂਰ ਹੈ ਕਿ ਇਹਦੇ ਵਿੱਚ ਜਿਹੜੇ ਕੰਮ ਕਰ ਰਿਹਾ ਸਟਾਫ ਹੈ ਉਹਨਾਂ ਦੀ ਘੱਟੋ ਘੱਟ ਇੱਕ ਜਿਹੜੀ ਹੈਗੀ ਹੈ ਡੋਜ਼ ਵੈਕਸੀਨੇਸ਼ਨ ਦੀ ਲੱਗੀ ਹੋਣੀ ਜ਼ਰੂਰੀ ਹੈ। ਸਿਰਫ ਤਾਂ ਹੀ ਉੱਥੇ ਜਿਹੜੇ ਹੈਗੇ ਆ ਇਹ ਸਟਾਫ ਕੰਮ ਕਰ ਸਕਦਾ ਹੈ। ਉਸ ਤੋਂ ਇਲਾਵਾ ਜਿਹੜੇ ਸਾਡੇ ਬਾਰਸ ਨੇ ਤੇ ਅਹਾਤੇ ਨੇ ਉਹ ਬੰਦ ਰਹਿਣਗੇ ਜੀ। ਠੇਕੇ ਆਮ ਦੀ ਤਰ੍ਹਾਂ ਖੁੱਲ੍ਹੇ ਰਹਿਣਗੇ ਪਰ ਇੱਕ ਵਾਰੀ ਫਿਰ ਮੈਂ ਰਿਪੀਟ ਕਰ ਰਹੀ ਹਾਂ, ਜਿਹੜੇ ਬਾਰ ਜਾਂ ਪਬ ਨੇ ਤੇ ਜਿਹੜੇ ਅਹਾਤੇ ਨੇ ਉਹ ਜਿਹੜੇ ਨੇ ਉਹ ਸਰਕਾਰ ਵੱਲੋਂ ਗਾਈਡਲਾਈਨਸ ਦੇ ਅਕੋਰਡਿੰਗਲੀ ਬੰਦ ਹੀ ਰੱਖੇ ਜਾਣਗੇ। ਸਕੂਲ ਤੇ ਕਾਲਜ ਫਿਲਹਾਲ ਬੰਦ ਰਹਿਣਗੇ ਤੇ ਆਨਲਾਈਨ ਕਲਾਸਿਸ ਹੀ ਚੱਲਣਗੀਆਂ। ਤੇ ਦੂਸਰੀ ਚੀਜ਼ ਜਿਹੜੀ ਹੈਗੀ ਹੈ ਕਿ ਵਿਆਹ ਅਤੇ ਭੋਗ 'ਤੇ ਜਾਂ ਕਿਸੇ ਤਰ੍ਹਾਂ ਦਾ ਵੀ ਇਕੱਠ ਕਰਨ 'ਤੇ ਜਿਹੜੀ ਹੁਣ ਗਿਣਤੀ ਹੈ ਉਹ ਵੀ ਥੋੜ੍ਹੀ ਜ਼ਿਆਦਾ ਵਧਾ ਦਿੱਤੀ ਗਈ ਹੈ। ਦੈਟ ਵੁੱਡ ਬੀ 50 ਬੰਦੇ ਇਕੱਠੇ ਹੋ ਸਕਣਗੇ। ਉੱਥੇ ਵੀ ਇੱਕ ਵਾਰੀ ਫਿਰ ਮੇਰੀ ਰਿਕੁਐਸਟ ਹੈ ਕਿ ਜਿੱਥੇ ਵੀ ਕਿਸੇ ਤਰ੍ਹਾਂ ਦਾ 50 ਜਣਿਆਂ ਦਾ ਵੀ ਇਕੱਠ ਹੋਣਾ ਹੈ ਉੱਥੇ ਵੀ ਜਿਹੜਾ ਹੈਗਾ ਕੋਵਿਡ ਦੇ ਪ੍ਰੋਟੋਕੋਲਸ ਨੂੰ ਜ਼ਰੂਰ ਫੋਲੋ ਕਰੋ। ਇੱਕ ਜਿਹੜੀ ਹਰ ਵਾਰੀ ਤੁਹਾਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਿੰਪਟਮਸ ਆਉਣ 'ਤੇ ਆਪਣੀ ਟੈਸਟਿੰਗ ਜ਼ਰੂਰ ਕਰਾਓ। ਜਦੋਂ ਵੀ ਆਪਣੇ ਨੇੜਲੇ ਟੈਸਟਿੰਗ ਸੈਂਟਰ 'ਤੇ ਜਾ ਕੇ ਤੁਸੀਂ ਆਪਣੀ ਟੈਸਟ ਕਰਾਓ। ਦੂਸਰੀ ਚੀਜ਼ ਜਿਹੜੀ ਹੈਗੀ ਹੈ ਵੈਕਸੀਨੇਸ਼ਨ 45+ ਦੀ ਤਾਂ ਰੈਗੂਲਰਲੀ ਚੱਲ ਰਹੀ ਹੈ। ਥੋੜ੍ਹਾ ਜਿਹਾ ਰਿਸਪੌਂਸ ਕੇਸਾਂ ਦੇ ਘਟਣ ਨਾਲ ਵੈਕਸੀਨੇਸ਼ਨ ਦੇ ਵਿੱਚ ਵੀ ਰਿਸਪੌਂਸ ਘਟਿਆ ਹੈ। ਇੱਕ ਵਾਰੀ ਮੈਂ ਫਿਰ ਰੀਟਰੇਟ ਕਰਦੀ ਹਾਂ ਕਿ ਵੈਕਸੀਨੇਸ਼ਨ ਇਜ਼ ਅ ਸ਼ੀਲਡ। ਇਹ ਇੱਕ ਤਰ੍ਹਾਂ ਦਾ ਇੱਕ ਸ਼ੀਲਡ ਹੈ ਜਿਹੜੀ ਤੁਹਾਨੂੰ ਕਿ ਇਸ ਬਿਮਾਰੀ ਤੋਂ ਬਚਾ ਸਕਦੀ ਹੈ। ਹੁਣ ਦੇ ਰੁਝਾਨਾਂ 'ਚ ਵੀ ਇਹੀ ਦੇਖਣ ਨੂੰ ਆਇਆ ਕਿ ਜਿਹੜੇ ਲੋਕਾਂ ਨੇ ਵੈਕਸੀਨੇਸ਼ਨ ਕਰਾਈ ਹੋਈ ਸੀ ਉਹਨਾਂ ਨੂੰ ਜਾਂ ਤਾਂ ਕੋਵਿਡ ਦੀ ਸਮੱਸਿਆ ਆਈ ਹੀ ਨਹੀਂ, ਜੇ ਆਈ ਵੀ ਹੈ ਤੇ ਮੈਕਸੀਮਮ ਏਸਿਮਟੋਮੈਟਿਕ ਸੀ ਜਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੇ ਵੀ ਸੀਵੀਅਰ ਸਿੰਪਟਮਸ ਨਹੀਂ ਪਾਏ ਗਏ। ਮੇਰੀ ਇੱਕ ਵਾਰੀ ਫਿਰ ਬੇਨਤੀ ਹੈ ਕਿ ਵੈਕਸੀਨੇਸ਼ਨ ਆਪਣੀ ਜ਼ਰੂਰ ਕਰਾਓ ਟਾਈਮ ਆਉਣ 'ਤੇ ਤੇ ਜਦੋਂ ਤੁਹਾਡੀ ਵਾਰੀ ਆਉਂਦੀ ਹੈ ਤੇ ਆਪਣੀ ਵੈਕਸੀਨੇਸ਼ਨ ਜਾ ਕੇ ਕਰਾਈ ਜਾਵੇ। ਇੱਕ ਹੋਰ ਜਿਹੜੀ ਹੈਗੀ ਹੈ ਅਸੀਂ ਹੁਣ ਜਿਹੜੀ ਹੈ ਬੱਚਿਆਂ ਦੀ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਹੈ। 6 ਸਾਲ ਤੱਕ ਦੇ ਬੱਚਿਆਂ ਦੇ ਹੁਣ ਤੱਕ 508 ਸੈਂਪਲ ਭਰੇ ਜਾ ਚੁੱਕੇ ਨੇ ਤੇ 7 ਤੋਂ 14 ਸਾਲ ਦੇ ਤਕਰੀਬਨ 1350 ਸੈਂਪਲ ਭਰੇ ਜਾ ਚੁੱਕੇ ਨੇ। ਇਹਦੇ ਵਿੱਚ ਇੱਕ ਜਿਹੜੀ ਖੁਸ਼ੀ ਵਾਲੀ ਖਬਰ ਹੈ ਕਿ ਕੋਈ ਵੀ ਬੱਚਾ ਜਿਹੜਾ ਹੈਗਾ ਉਹ ਪੋਜ਼ੀਟਿਵ ਨਹੀਂ ਆਇਆ। ਪਰ ਫਿਰ ਵੀ ਮੇਰੀ ਤੁਹਾਨੂੰ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ।
ਇਹ ਤੇ ਸੀ ਜੀ कोविड ਦੇ ਸੰਬੰਧੀ ਜਾਣਕਾਰੀ। ਇੱਕ ਹੋਰ ਜਿਹੜਾ ਹੈ ਕਿ ਤੁਹਾਨੂੰ ਪਤਾ ਹੈ ਵੀ ਹੁਣ ਬਾਰਿਸ਼ਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਤੇ ਸਾਡੇ ਵੱਲੋਂ ਜਿਹੜੇ ਨੇ ਸਾਡੇ ਫਲੱਡ ਕੰਟਰੋਲ ਰੂਮ ਨੇ ਜਿਹੜੇ ਨੇ ਉਹ ਐਸਟੈਬਲਿਸ਼ ਕਰ ਦਿੱਤੇ ਗਏ ਨੇ। ਟੋਟਲ ਪਟਿਆਲੇ ਜ਼ਿਲ੍ਹੇ ਦੇ ਵਿੱਚ 7 ਕੰਟਰੋਲ ਰੂਮਸ ਨੇ, ਇੱਕ ਡਿਸਟ੍ਰਿਕਟ ਹੈੱਡਕੁਆਟਰ ਦੇ ਲੈਵਲ ਤੇ ਹੈ ਤੇ 6 ਸਬ ਡਿਵੀਜ਼ਨਸ ਦੇ ਵਿੱਚ ਹੈ। ਮੈਂ ਡਿਸਟ੍ਰਿਕਟ ਹੈੱਡਕੁਆਟਰ ਦੇ ਕੰਟਰੋਲ ਰੂਮ ਦਾ ਤੁਹਾਡੇ ਨਾਲ ਨੰਬਰ ਸ਼ੇਅਰ ਵੀ ਕਰਨ ਲੱਗੀ ਹਾਂ 0175 2350 550। मैं एक बार फिर रिपीट कर रही हाँ जी 0175 2350 550। मेरी तुहानू बेनती है कि जे बारिश के विच किसी तरह का कोई नुकसान हुंदा है, किते पानी नाल कोई जगह रुकती है या बन लगता है तो प्लीज़ ये जिहड़ा डिस्ट्रिक्ट हैडकुआटर का नंबर है इस ते संपर्क किया जाए। इस तो इलावा साड़ियाँ सारियां सब डिवीजनस दे विच भी सब डिवीजन लैवल ते हैडकुआटर लैवल ते कंट्रोल रूम एस्टैबलिश हो चुके हैं। उत्थे संपर्क करके तुसी अपनी जिहड़ी प्रॉब्लम है वो दस सकते हो ताकि एडमिनिस्ट्रेशन वालों उहदा छेती तो छेती जिहड़ा हैगा निपटारा कर दिता जाए। अखीर दे विच मैं तुहानू सिर्फ यही कहना चाहनी हाँ कि अपनी टेस्टिंग जरूर कराओ, अपने समय आने ते वैक्सीनेशन जरूर कराओ। उस तो इलावा जिहड़ियां सरकार दियां गाइडलाइनस ने उन्हां नूं जरूर फॉलो किया जाए, प्रोटोकॉल्स नूं फॉलो करो। तुसी जे किते दुकान ते जाने हो या किते तुसी रेस्टोरेंट च जाने हो, कैफे जाने हो, हुण जे केसिस घटन ते खुल हुई है तो इस खुल नूं आपां नाजायज़ जिहड़ा हैगा मिसयूज़ ना करिए। अपनी जे तुसी एक मास्क पहनिया है दैन योर तुसी अपने आप नूं बहुत हाई लैवल तक बचा सकते हो। प्लीज़ कोशिश करो कि तुसी जिहड़े प्रोटोकॉल्स नूं फॉलो करो। किते भी थोड़ा जिहा भी जे तुहानूं कोई सिम्पटम आउंदा है तो अपनी टेस्टिंग जरूर कराओ। एक अखीर च मेरी होर बेनती है, साडे मैडम MP दे जिहड़ा एफर्ट्स करके साडे कोल ऑक्सीजन कंसनट्रेटर्स का एक जिहड़ा हैगा असी बैंक बनाया होया है। ये बैंक जिहड़ा हैगा एक केटर करदा है जी पोस्ट कोविड पेशेंट्स नूं जिन्हां नूं पोस्ट कोविड तो बाद ऑक्सीजन दीयां इशूज़ आउंदियां ने। उहदे वास्ते भी जिहड़ा साडा हैल्पलाइन नंबर है असी शेयर किया होया है। किसी नूं भी जे ज़रूरत है ये फ्री ऑफ कॉस्ट जिहड़ा हैगा तुहानूं उपलब्ध कराया जाएगा ते ज़रूरत खत्म होने तो बाद तुसी जिहड़ा है वो बैंक दे विच इहनूं वापस कर सकते हो। इस करके मेरी बेनती है कि जे किसी नूं पोस्ट कोविड पेशेंट नूं इस चीज़ की ज़रूरत है ऑक्सीजन कंसनट्रेटर की तो प्लीज़ सानू संपर्क जरूर करो। ये फ्री ऑफ कॉस्ट जिहड़ा है साडे कोल तकरीबन 200 के आस पास ऑक्सीजन कंसनट्रेटर्स पूरे ज़िले दे विच हैं। असी सारे हैल्थ सेंटर्स दे विच भी जिहड़े कंसनट्रेटर्स ने ये रखे हुए ने। अपने ਜਿਹੜੇ ਲਾਗੇ ਵਾਲੇ ਉੱਥੇ ਹੈਲਥ ਸੈਂਟਰ ਤੋਂ ਵੀ ਤੁਸੀਂ ਇਹਨੂੰ ਜਿਹੜਾ ਹੈਗਾ ਇਸ਼ੂ ਕਰਾ ਸਕਦੇ ਹੋ ਤੇ ਜ਼ਰੂਰਤ ਖਤਮ ਹੋਣ ਤੋਂ ਬਾਅਦ ਤੁਸੀਂ ਇਹਨੂੰ ਪਲੀਜ਼ ਵਾਪਸ ਕਰੋ ਤਾਂ ਕਿ ਜਿਹੜਾ ਹੈ ਹੋਰ ਲੋੜਵੰਦ ਵਿਅਕਤੀ ਵੀ ਜਿਹੜੇ ਨੇ ਇਹਨੂੰ ਯੂਜ਼ ਕਰ ਸਕਣ। ਅਖੀਰ ਦੇ ਵਿੱਚ ਵੀ ਮੇਰੀ ਇਹੀ ਬੇਨਤੀ ਹੈ ਕਿ ਸੁਰੱਖਿਅਤ ਰਹੋ, ਆਪਣਾ ਧਿਆਨ ਰੱਖੋ, ਆਪਣੇ ਪਰਿਵਾਰ ਦਾ ਧਿਆਨ ਰੱਖੋ ਤੇ ਇਸ ਬਿਮਾਰੀ ਤੋਂ ਜਿੰਨਾ ਬਚ ਸਕਦੇ ਹੋ ਬਚੋ ਤੇ ਕੋਵਿਡ ਪ੍ਰੋਟੋਕੋਲਸ ਨੂੰ ਫੋਲੋ ਕਰੋ।